ਹੈਲੋ ਦੋਸਤੋ, ਵੈਲਕਮ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਪ੍ਰੀਤ ਐਜੂਕੇਸ਼ਨ ਤੇ। ਆਪਾਂ ਪੋਲਿਟੀ ਦਾ ਪਹਿਲਾਂ ਇੱਕ ਪਾਰਟ ਆ ਜਿਹੜਾ MCQ ਦਾ ਉਹ ਤੁਹਾਡੇ ਨਾਲ ਡਿਸਕਸ ਕੀਤਾ ਸੀ। ਉਹਦੇ 'ਚ ਜਿਹੜੇ ਵੀ ਪਹਿਲਾਂ ਕੁਐਸਚਨ ਆਏ ਹੋਏ ਸੀ ਉਹਨਾਂ ਦਾ ਆਪਾਂ ਐਨਾਲਿਸਿਸ ਕੀਤਾ ਜੋ ਕਿ ਪੁਰਾਣੇ ਐਗਜ਼ਾਮਸ ਦੇ ਵਿੱਚ ਆਏ ਹੋਏ ਸੀ। ਸੋ ਅੱਜ ਆਪਾਂ ਦੇਖਿਆ ਵੀ ਉਹਦਾ ਆਪਾਂ ਪਾਰਟ ਸੈਕਿੰਡ ਆ ਜਿਹੜਾ ਤੁਸੀਂ ਥੰਬਨੇਲ ਸਭ ਨੇ ਦੇਖਿਆ ਹੋਊਗਾ, ਤਾਂ ਇਹਨੂੰ ਆਪਾਂ ਤੁਹਾਡੇ ਨਾਲ ਕਵਰ ਕਰਾਂਗੇ। ਤਾਂ ਬੱਚੇ ਦੇਖੋ, ਪੋਲਿਟੀ ਦਾ ਇੰਪੋਰਟੈਂਟ ਟੌਪਿਕ ਆ, ਇੰਪੋਰਟੈਂਟ MCQ ਹੋਣਗੇ ਤੁਹਾਡੇ PPSC ਚਾਹੇ ਫਿਰ PSSSB ਆ ਜਾਂ ਫਿਰ SSC ਜਾਂ ਫਿਰ ਤੁਹਾਡਾ ਕੋਈ ਵੀ ਐਗਜ਼ਾਮ ਆ, ਹਰ ਐਗਜ਼ਾਮ ਦੇ ਲਈ ਸਫੀਸ਼ੀਐਂਟ ਰਹੂਗਾ। ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ। ਬਾਕੀ ਜਿਹੜੇ ਬੱਚੇ ਚੈਨਲ ਤੇ ਨਵੇਂ ਆ, ਚੈਨਲ ਸਬਸਕ੍ਰਾਈਬ ਨਹੀਂ ਕੀਤਾ ਦੈਨ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਅੱਗੇ ਵੀ ਸਾਂਝਾ ਇਹਨੂੰ ਜ਼ਰੂਰ ਕਰੋ। ਤਾਂ ਬੱਚੇ ਦੇਖੋ, ਅੱਜ ਦਾ ਅਪਡੇਟ ਆ ਤਾਂ ਮਤਲਬ ਆਪਣੇ 36ਵੇਂ ਨੰਬਰ ਦੇ ਕੈਪਟਨ ਬਣੇ ਨੇ ਟੈਸਟ ਕ੍ਰਿਕਟ ਦੇ। ਠੀਕ ਆ, ਕੌਣ ਬਣੇ ਨੇ? ਜਸਪ੍ਰੀਤ ਬੁਮਰਾਹ ਬਣੇ ਨੇ। ਤਾਂ ਤੁਸੀਂ ਕ੍ਰਿਕਟ ਦੇ ਬਾਰੇ ਅਪਡੇਟ ਰਹਿੰਦੇ ਹੋਵੋਗੇ। ਇਹ ਮਤਲਬ ਕਿ ਆਪਾਂ ਪਹਿਲਾਂ ਇੱਕ ਕਿਹਾ ਸੀ ਵੀ ਕਰੰਟ ਦੀ ਇੱਕ ਗੱਲ ਕਰਾਂਗੇ। ਤਾਂ DRDO ਤੁਸੀਂ ਸਭ ਜਾਣਦੇ ਹੋ, DRDO ਦੇ ਬਾਰੇ ਵੈਸੇ ਆਪਾਂ ਬਹੁਤ ਵਾਰੀ ਕਰਵਾ ਚੁੱਕੇ ਹਾਂ। ਤਾਂ DRDO ਦੇ ਦੁਆਰਾ ਇੱਕ ਮਤਲਬ ਕਿ ਬਿਨਾਂ ਪਰਸਨ ਤੋਂ 에ਅਰਕ੍ਰਾਫਟ ਦਾ ਸਫਲ ਜਿਹੜਾ ਟੈਸਟ ਆ ਉਹ ਕੀਤਾ ਗਿਆ। ਸੋ ਇਹ ਵੀ ਨਿਊਜ਼ ਦੇ ਵਿੱਚ ਤੁਹਾਨੂੰ MCQ ਆ ਸਕਦਾ ਵੀ ਇਹਨਾਂ ਦੇ ਵਿੱਚੋਂ ISRO, DRDO ਜਾਂ ਫਿਰ ਤੁਹਾਨੂੰ ਹੋਰ ਕੋਈ ਵੀ 2-4 ਸੰਸਥਾਵਾਂ ਦਾ ਨਾਮ ਦੇ ਕੇ ਪੁੱਛਿਆ ਜਾ ਸਕਦਾ ਵੀ ਇਹਨਾਂ ਦੇ ਵਿੱਚੋਂ ਕਿਹੜੀ ਸੰਸਥਾ ਜਿਹਨੇ ਮਤਲਬ ਕਿ ਭਾਰਤ ਦੇ ਵਿੱਚ ਬਿਨਾਂ ਪਾਇਲਟ ਸਫਲ ਟੈਸਟ ਜਿਹੜਾ ਉਹ ਕੀਤਾ ਗਿਆ। ਤਾਂ ਇਹ ਇਹਨਾਂ ਨੇ ਕੀਤਾ ਸੀਗਾ ਕਰਨਾਟਕਾ ਦੇ ਚਿੱਤਰਦੁਰਗਾ ਦੇ ਵਿੱਚ। ਠੀਕ ਆ, ਤਾਂ ਇਹ ਜਗ੍ਹਾ ਦਾ ਨਾਮ ਤੁਸੀਂ ਯਾਦ ਰੱਖਣਾ ਵੀ ਜਾਣੀ ਕਿ ਆਟੋਮੈਟਿਕ ਜਹਾਜ਼ ਇਹ ਕਿਹਨਾਂ ਦੇ ਦੁਆਰਾ ਡਿਵੈਲਪਮੈਂਟ ਕੀਤਾ ਗਿਆ ਹੈ ਇਹਦੀ ADE। ਇਹ ਵੀ ਮਤਲਬ ਕਿ DRDO ਦੇ ਅਧੀਨ ਹੀ ਕੰਮ ਕਰਦੀ ਆ। ਠੀਕ ਆ, DRDO ਦੇ ਅੰਡਰ ਹੀ ਇਹ ਵਾਲੀ ਕੰਮ ਕਰਦੀ ਆ ADE, ਯਾਨੀ ਕਿ ਐਰੋਨੌਟਿਕਲ ਡਿਵੈਲਪਮੈਂਟ ਐਸਟੈਬਲਿਸ਼ਮੈਂਟ। ਤਾਂ ਬੈਂਗਲੁਰੂ ਇਹਨਾਂ ਦੇ ਵੱਲੋਂ ਇਹ ਵਿਕਸਿਤ ਕੀਤਾ ਗਿਆ, ਡਿਜ਼ਾਈਨ ਕੀਤਾ ਗਿਆ, ਜਿਹੜੀ ਕਿ DRDO ਦੀ ਨਿਗਰਾਨੀ ਦੇ ਹੇਠ ਇੱਕ ਪ੍ਰਯੋਗਸ਼ਾਲਾ ਹੀ ਇਹਨਾਂ ਦੀ ਮਤਲਬ ਕਿ। ਤਾਂ ਇਹ ਸੀਗਾ ਅੱਜ ਅਪਡੇਟ। ਉਸ ਤੋਂ ਬਾਅਦ ਬੱਚੇ ਦੇਖੋ 5 ਕੁਐਸਚਨ ਸੀ ਜਿਹੜੇ ਇਹ ਆਪਾਂ ਪਹਿਲਾਂ ਕਰ ਚੁੱਕੇ ਹਾਂ। ਸੋ ਆਪਾਂ ਇੱਥੋਂ ਕੁਐਸਚਨ ਸਟਾਰਟ ਕਰਨਾ ਆਪਣਾ 6ਵੇਂ ਤੋਂ ਲੈ ਕੇ। ਤਾਂ ਜਿਹੜੇ ਬੱਚਿਆਂ ਨੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਦੈਨ ਚੈਨਲ ਨੂੰ ਕਰੋ ਸਬਸਕ੍ਰਾਈਬ, ਵੀਡੀਓ ਨੂੰ ਕਰੋ ਲਾਈਕ, ਤਾਂ ਜੋ ਆਪਾਂ ਅੱਗੇ ਆਪਣਾ ਜਿਹੜਾ ਕੰਟੈਂਟ ਆ ਤੁਹਾਡੇ ਤੱਕ ਟਾਈਮ ਟੂ ਟਾਈਮ ਪਹੁੰਚਾ ਸਕੀਏ। ਤਾਂ ਦੇਖੋ ਬੱਚੇ, ਇਹਨਾਂ ਦੇ ਵਿੱਚੋਂ ਕੁਐਸਚਨ ਕੀ ਕਹਿੰਦਾ, ਹੂ ਅਮੰਗ ਦਾ ਫੋਲੋਇੰਗ ਡਜ਼ ਨਾਟ ਟੇਕ ਓਥ ਆਫ ਦਾ ਆਫਿਸ। ਤਾਂ ਇਹਨਾਂ ਦੇ ਵਿੱਚੋਂ ਕਿਹੜਾ ਹੈਗਾ ਜਿਹੜਾ ਆਫਿਸ ਦੇ ਰੂਪ ਦੇ ਵਿੱਚ ਮਤਲਬ ਕਿ ਆਫਿਸ ਦੇ ਬੈਠਣ ਦੇ ਲਈ ਸਹੁੰ ਜਿਹੜਾ ਉਹ ਨਹੀਂ ਚੁੱਕਦਾ। ਠੀਕ ਆ, ਤਾਂ ਤੁਹਾਡੇ ਕੋਲ 5 ਆਪਸ਼ਨਾਂ ਨੇ ਇੱਥੇ, ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਸਪੀਕਰ ਜਾਂ ਫਿਰ ਸੁਪਰੀਮ ਕੋਰਟ ਦੇ ਜੱਜਸ। ਇਹਦਾ ਤੁਸੀਂ ਥੋੜ੍ਹੀ ਜਿਹੀ ਕਾਮਨ ਸੈਂਸ ਦੇ ਨਾਲ ਵੀ ਇਹਨੂੰ ਈਜ਼ੀਲੀ ਤੁਸੀਂ ਸੋਲਵ ਕਰ ਸਕਦੇ ਸੀ। ਤਾਂ ਬੱਚੇ ਪਹਿਲਾਂ ਐਗਜ਼ਾਮ ਦੇ ਵਿੱਚ ਇਹ ਵਾਲਾ ਕੁਐਸਚਨ ਆ ਜਿਹੜਾ ਉਹ ਪੁੱਛਿਆ ਜਾ ਚੁੱਕਿਆ। ਠੀਕ ਆ, ਤਾਂ ਇਹਨੂੰ ਤੁਸੀਂ ਧਿਆਨ 'ਚ ਰੱਖਣਾ। ਤਾਂ ਦੇਖੋ ਬੱਚੇ, ਇਹਨਾਂ ਦੇ ਵਿੱਚੋਂ ਡਜ਼ ਨਾਟ ਟੇਕ ਓਥ ਆਫ ਦਾ ਆਫਿਸ। ਤਾਂ ਹੁਣ ਇਹਨਾਂ ਦੇ ਵਿੱਚੋਂ ਕਿਹੜਾ ਗਾ ਵੀ ਜਿਹੜਾ ਇਹਨਾਂ ਦੇ ਵਿੱਚੋਂ ਆ ਜਿਹੜਾ ਉਹ ਆਫਿਸ ਦੇ ਲਈ ਆਪਦੀ ਸਹੁੰ ਆ ਜਿਹੜੀ ਉਹ ਨਹੀਂ ਚੁੱਕਦਾ। ਤਾਂ ਦੇਖੋ ਬੱਚੇ, ਇਹਦਾ ਜਿਹੜਾ ਕਰੈਕਟ ਆਨਸਰ ਹੈਗਾ ਇਹਦਾ D। ਠੀਕ ਆ, ਮਤਲਬ ਇਹ ਆਪਦੇ ਆਫਿਸ ਦੀ ਸਹੁੰ ਨਹੀਂ ਲੈਂਦੇ। ਤਾਂ ਪ੍ਰੈਜ਼ੀਡੈਂਟ ਸਾਹਿਬ ਵੀ, ਵਾਈਸ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ, ਜੱਜਸ ਆਫ ਦਾ ਸੁਪਰੀਮ ਕੋਰਟ, ਇਹਨਾਂ ਸਭ ਬਾਰੇ ਤੁਹਾਨੂੰ ਪਤਾ। ਤਾਂ ਇਹਦੇ ਬਾਰੇ ਐਨਾਲਿਸਿਸ ਜਿਹੜਾ ਆਪਾਂ ਕੁਐਸਚਨ ਦਾ ਉਹ ਤੁਹਾਡੇ ਨਾਲ ਡਿਸਕਸ ਕਰਦੇ ਹਾਂ। ਤਾਂ ਦੇਖੋ ਬੱਚੇ, ਸਪੀਕਰ ਜਾਂ ਫਿਰ ਡਿਪਟੀ ਸਪੀਕਰ ਮਤਲਬ ਕਿ ਲੈਜਿਸਲੇਟਿਵ ਲੋਕ ਸਭਾ ਦੇ ਵਿੱਚ ਆਉਂਦੇ ਆ, ਜਾਣੀ ਕਿ ਆਪਣਾ ਪਾਰਲੀਮੈਂਟ ਦੇ ਵਿੱਚ। ਤਾਂ ਇਹ ਓਥ ਆ ਜਿਹੜੀ ਉਹ ਨਹੀਂ ਲੈਂਦੇ। ਤਾਂ ਇਹਨਾਂ ਦੇ ਨਾਲ ਰਿਲੇਟਡ 2-3 ਆਰਟੀਕਲ ਨੇ, ਆਪਾਂ ਉਹਨਾਂ ਨੂੰ ਦੇਖ ਲੈਂਦੇ ਹਾਂ। ਆਰਟੀਕਲ 93, ਤਾਂ ਇਹਦੇ 'ਚ ਕੀ ਹੈ ਮਤਲਬ ਕਿ ਇਹਨਾਂ ਦਾ ਜ਼ਿਕਰ ਕੀਤਾ ਹੋਇਆ ਸਪੀਕਰ, ਡਿਪਟੀ ਸਪੀਕਰ ਵਗੈਰਾ ਦਾ। ਅਤੇ 94 ਕੀ ਕਹਿੰਦਾ, ਉਹਦੇ 'ਚ ਮਤਲਬ ਵਕੇਸ਼ਨ ਔਰ ਇਹਨਾਂ ਦਾ ਰੈਜੀਗਨੇਸ਼ਨ, ਡਿਪਟੀ ਸਪੀਕਰ ਦਾ ਰੈਜੀਗਨੇਸ਼ਨ ਉਹ ਕਿਹਦੇ ਵਿੱਚ ਆ? ਆਰਟੀਕਲ 94 ਦੇ ਵਿੱਚ ਆ। ਠੀਕ ਆ ਬੱਚੇ, ਇਹਦਾ ਮੈਂ ਪਹਿਲਾਂ ਤੁਹਾਨੂੰ ਕਰਵਾਏ ਵੇ ਆ, ਬਟ ਹੁਣ ਤਾਂ ਮੈਂ ਤੁਹਾਨੂੰ ਇੱਕ ਵਾਰ ਰਿਵਾਈਜ਼ ਕਰਵਾ ਰਿਹਾ। ਇਹਦੇ ਵਿੱਚ ਇਹਨਾਂ ਦਾ ਮਤਲਬ ਕਿ ਅਸਤੀਫਾ ਵਗੈਰਾ ਗਾ, ਚਾਹੇ ਤਾਂ ਡਿਪਟੀ ਸਪੀਕਰ ਆ ਚਾਹੇ ਫਿਰ ਉਹ ਸਪੀਕਰ ਆ। ਇਸ ਤੋਂ ਬਾਅਦ ਆਰਟੀਕਲ 95, ਤਾਂ ਆਰਟੀਕਲ 95 ਆ, ਇਹ ਡਿਸਕ੍ਰਾਈਬ ਕਰਦਾ ਸਪੀਕਰ ਨੂੰ। ਮਤਲਬ ਇਹਦੇ 'ਚ ਕੀ ਆ, ਡਿਸਕ੍ਰਾਈਬ ਕਰਦਾ ਸਪੀਕਰ ਨੂੰ। ਠੀਕ ਆ, ਤਾਂ ਪ੍ਰੈਜ਼ੀਡੈਂਟ ਸਾਹਿਬ ਨੂੰ ਆਪਾਂ ਕਿਹਾ ਸੀ ਵੀ P52 ਲਿਖਿਆ ਕਰਨਾ ਇਹਦੇ 'ਚ। ਅਤੇ ਇਹਦੀਆਂ ਮਤਲਬ ਕਿ ਪ੍ਰਧਾਨ ਮੰਤਰੀ ਆਪਣੇ ਰਾਸ਼ਟਰਪਤੀ ਕੋਲ ਆਰਡੀਨੈਂਸ ਦੀ ਪਾਵਰ ਕਿੰਨੇ ਤੱਕ ਹੁੰਦੀ ਆ? ਆਰਟੀਕਲ 123 ਦੇ ਅਕੋਰਡਿੰਗਲੀ ਹੁੰਦੀ ਆ, ਇਹ ਵੀ ਯਾਦ ਰੱਖਣਾ। ਔਰ ਐਮਰਜੈਂਸੀ ਪਾਵਰ ਕਿਹੜੇ ਆਰਟੀਕਲ ਦੇ ਥਰੂ ਹੁੰਦੀਆਂ ਨੇ? 352, ਫਿਰ 4 ਛੱਡ ਕੇ 356, ਫਿਰ 4 ਛੱਡ ਕੇ 360। ਆਹ 3 ਨੇ ਜਿਹੜੀਆਂ ਐਮਰਜੈਂਸੀ ਪਾਵਰਸ ਇਹਨਾਂ ਕੋਲ ਹੁੰਦੀਆਂ ਨੇ। ਬਾਕੀ ਪ੍ਰੈਜ਼ੀਡੈਂਟ ਸਾਹਿਬ ਬਾਰੇ ਆਪਾਂ ਪੂਰਾ ਤੁਹਾਨੂੰ ਕਰਵਾਇਆ ਹੋਇਆ। ਅਤੇ ਹੁਣ ਇਹਨਾਂ ਦੀਆਂ ਇਲੈਕਸ਼ਨਾਂ ਹੋਣਗੀਆਂ, ਤਾਂ ਉਹਨੂੰ ਤੁਸੀਂ ਬੱਚੇ ਆਪਾਂ ਦੇਖਾਂਗੇ ਹੁਣ ਵੀ ਕਿੰਨਾ ਨੇ ਫਾਰਮ ਫਿਲ ਕੀਤੇ ਹੋਏ ਆ, ਜਾਂ ਫਿਰ ਕੌਣ ਕਿਵੇਂ ਕੀ ਹੋ ਸਕਦਾ। ਤਾਂ ਉਹਨਾਂ ਨੂੰ ਆਪਾਂ ਜ਼ਰੂਰ ਇੱਕ ਅਲੱਗ ਤੋਂ ਟੌਪਿਕ ਦੇ ਵਿੱਚ ਡਿਸਕਸ ਕਰਵਾਵਾਂਗੇ ਤੁਹਾਡੇ ਨਾਲ। ਤਾਂ ਪ੍ਰਾਈਮ ਮਿਨਿਸਟਰ, ਜੱਜਸ ਆਫ ਦਾ ਸੁਪਰੀਮ ਕੋਰਟ, ਇਹ ਸਾਰੇ ਟੌਪਿਕ ਆਲਰੇਡੀ ਆਪਾਂ ਕਵਰ ਕੀਤੇ ਹੋਏ ਆ। ਠੀਕ ਆ, ਤਾਂ ਇਸ ਤੋਂ ਬਿਨਾਂ ਦੇਖੋ ਇਹਦੇ ਬਾਰੇ ਦੋ ਹੋਰ ਫੈਕਟ ਦੇਖੀਏ ਆਪਾਂ। ਆਰਟੀਕਲ 60, ਠੀਕ ਆ, ਆਰਟੀਕਲ 60 ਦੇ ਵਿੱਚ ਜਿਹੜੀ ਸਹੁੰ ਆ
ਰਾਸ਼ਟਰਪਤੀ ਦੀ, ਔਰ 69 ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਦੀ, ਠੀਕ ਆ। ਔਰ ਇਸ ਤੋਂ ਬਾਅਦ ਮਤਲਬ ਜਿਹੜੀ ਵੀ ਕੌਂਸਲ ਹੁੰਦੀ ਹੈ ਨਾ ਆਪਣੀ, ਕੌਂਸਲ ਆਫ ਮਿਨਿਸਟਰਸ ਦੀ ਹੁੰਦੀ ਆ, ਮਤਲਬ ਕਿ PM ਵੀ ਇਹਦੇ ਵਿੱਚ ਸ਼ਾਮਲ ਆ ਜਾਂਦੇ ਨੇ ਵਿੱਚ ਹੀ ਲਾ ਕੇ। ਤਾਂ ਇਹਨਾਂ ਦੀ 75 ਦੇ ਸਬ ਕਲੌਜ਼ 4 ਦੇ ਵਿੱਚ ਆ। ਇਸ ਤੋਂ ਬਾਅਦ ਜਿਹੜੇ ਸੁਪਰੀਮ ਕੋਰਟ ਦੇ ਜੱਜ ਨੇ ਉਹਨਾਂ ਦੀ ਸਹੁੰ ਆ ਜਿਹੜੀ ਉਹ ਆਰਟੀਕਲ 124 ਦੇ 6 ਦੇ ਵਿੱਚ ਆਉਂਦੀ ਆ। ਤਾਂ ਇਹ ਓਥ ਲੈਂਦੇ ਨੇ, ਮਤਲਬ ਆਹ ਆਰਟੀਕਲ ਦੇ ਵਿੱਚ ਮੈਂਸ਼ਨ ਆ ਇਹਨਾਂ ਦੇ ਬਾਰੇ। ਸੋ ਇਹਨੂੰ ਤੁਸੀਂ ਧਿਆਨ 'ਚ ਰੱਖਣਾ। ਔਰ ਇੱਕ ਹੋਰ ਗੱਲ ਯਾਦ ਰੱਖਣੀ ਹੈ, 104 ਦਾ ਜਿਹੜਾ ਚੌਥਾ ਅੱਗੇ ਪਾਰਟ ਆ, ਠੀਕ ਆ। ਤਾਂ ਉਹਦੇ 'ਚ ਕਿਹਾ ਵੀ ਜੇ 60 ਦਿਨ ਲਗਾਤਾਰ ਕੋਈ ਵੀ ਸੀਟ ਖਾਲੀ ਰਹਿੰਦੀ ਆ ਦੈਨ ਸਪੀਕਰ ਉਹਨਾਂ ਨੂੰ ਮਤਲਬ ਕਿ ਉਹਦੀ ਸੀਟ ਆ ਜਿਹੜੀ ਉਹ ਖਾਲੀ ਕਰਵਾ ਸਕਦੇ ਆ। ਤਾਂ ਇਹ ਕੁਐਸਚਨ ਸੀ, ਇਹਨੂੰ ਤੁਸੀਂ ਧਿਆਨ 'ਚ ਰੱਖਣਾ। ਅਗਲਾ ਨੈਕਸਟ ਕੁਐਸਚਨ ਦੇਖਦੇ ਹਾਂ। ਦ ਸਪੀਕਰ ਆਫ ਦਾ ਲੋਕ ਸਭਾ ਕੈਨ ਬੀ ਰਿਮੂਵਡ ਬਾਏ। ਹੁਣ ਜਿਹੜਾ ਸਪੀਕਰ ਆ ਲੋਕ ਸਭਾ ਦਾ ਕਿਹਨਾਂ ਦੇ ਦੁਆਰਾ ਰਿਮੂਵ ਕੀਤਾ ਜਾ ਸਕਦਾ। ਤਾਂ ਹੁਣ ਇਹਦੇ 'ਚ ਤੁਹਾਡੇ ਕੋਲ 4 ਆਪਸ਼ਨਾਂ ਨੇ। ਤਾਂ ਬੱਚੇ ਤੁਸੀਂ ਆਨਸਰ ਆਪਦੇ ਆਪ ਤੋਂ ਟਰਾਈ ਜ਼ਰੂਰ ਕਰਨਾ, ਦੈਨ ਤੁਸੀਂ ਆਪਣਾ ਰਿਜ਼ਲਟ ਆ ਜਿਹੜਾ ਖੁਦ ਚੈੱਕ ਕਰਿਆ ਕਰੋ ਬਾਅਦ ਦੇ ਵਿੱਚ ਕਿ ਤੁਹਾਡਾ ਰਿਜ਼ਲਟ ਕਿੱਥੇ ਜੇ ਸਟੈਂਡ ਕਰਦਾ, ਠੀਕ ਆ। ਸੋ ਇਹਦਾ ਜਿਹੜਾ ਕਰੈਕਟ ਆਨਸਰ ਆ ਉਹ ਇਹ ਆ, ਮਤਲਬ ਕਿ ਇੱਕ ਮਤਾ ਹੁੰਦਾ ਜਿਹੜਾ ਲੋਕ ਸਭਾ ਦੇ ਦੁਆਰਾ ਪਾਸ ਕੀਤਾ ਜਾਂਦਾ, ਮੈਜੋਰਟੀ ਆਫ ਦਾ ਮੈਂਬਰ ਆਫ ਦਾ ਹਾਊਸ ਦੇ ਦੁਆਰਾ, ਠੀਕ ਆ। ਤਾਂ ਇਹਦੇ ਦੁਆਰਾ ਕੀਤਾ ਜਾਂਦਾ। ਤਾਂ ਹੁਣ ਦੇਖੋ ਜਿਹੜਾ ਇਹਦਾ ਪ੍ਰੋਸੀਜਰ ਹਟਾਉਣ ਦਾ ਸਪੀਕਰ ਦਾ ਉਹ ਆਰਟੀਕਲ 94 ਦੇ C ਦੇ ਵਿੱਚ ਆ, ਜਿਹੜਾ ਕਿ ਸਪੀਕਰ ਨੂੰ ਹਟਾਉਣ ਦਾ ਪ੍ਰੋਸੀਜਰ ਆ। ਓਕੇ, ਤਾਂ ਮਤਲਬ ਹੋਰ ਇਹਦੇ 'ਚ ਕੀ ਹੁੰਦਾ ਵੀ ਇਹਨਾਂ ਨੂੰ 14 ਦਿਨ ਪਹਿਲਾਂ, ਆਹ ਗੱਲ ਯਾਦ ਰੱਖਣੀ ਆ ਵੀ 14 ਦਿਨ ਪਹਿਲਾਂ ਸਪੀਕਰ ਨੂੰ ਹਟਾਉਣ ਦੇ ਲਈ ਉਹਨਾਂ ਨੂੰ ਪ੍ਰਾਇਰ ਨੋਟੀਫਿਕੇਸ਼ਨ ਆ ਜਿਹੜਾ ਉਹ ਦੇਣਾ ਜ਼ਰੂਰੀ ਆ, ਠੀਕ ਆ। ਅਤੇ ਮੈਜੋਰਟੀ ਆਫ ਆਲ ਦਾ ਦੈਨ ਮਤਲਬ ਕਿ ਜਿੰਨੇ ਉੱਥੇ ਮੈਂਬਰ ਨੇ ਸਾਰਿਆਂ ਦੀ ਮੈਜੋਰਟੀ ਚਾਹੀਦੀ ਆ, ਜਿੰਨੇ ਵੀ ਉਹਦੇ ਸਦਨ ਦੇ ਮੈਂਬਰ ਹੈਗੇ ਨੇ। ਲੋਕ ਸਭਾ ਦੇ ਵਿੱਚ ਸਪੀਕਰ ਹੁੰਦਾ ਕਿਉਂਕਿ ਰਾਜ ਸਭਾ ਦੇ ਵਿੱਚ ਚੇਅਰਪਰਸਨ ਹੁੰਦਾ। ਸੋ ਇਹ ਤਾਂ ਈਜ਼ੀ ਜੀ ਗੱਲਬਾਤ ਆ। ਇਸ ਤੋਂ ਬਾਅਦ ਦੇਖੋ ਆਰਟੀਕਲ 74। ਤਾਂ ਇਹਦੇ 'ਚ ਕੀ ਕਿਹਾ ਵਾ ਵੀ ਕਾਉਂਸਲ ਆਫ ਮਿਨਿਸਟਰ ਹੋਵੇਗੀ, ਠੀਕ ਆ। ਇਹਨੂੰ ਜਿਹਨੂੰ ਕਿ ਹੈੱਡ ਕੌਣ ਕਰੂਗਾ, PM ਕਰੂਗਾ। ਤਾਂ ਆਰਟੀਕਲ 75 ਕੀ ਕਹਿੰਦਾ, ਆਰਟੀਕਲ 75 ਕਹਿੰਦਾ ਵੀ ਇਹਦੇ 'ਚ ਇਹਨਾਂ ਦੀ ਅਪੁਆਇੰਟਮੈਂਟ, ਇਹਨਾਂ ਦਾ ਟਰਨਿਓਰ, ਇਹਨਾਂ ਦੀਆਂ ਰਿਸਪੌਂਸਿਬਿਲਟੀਜ਼ ਐਂਡ ਇਹਨਾਂ ਦੀਆਂ ਯੋਗਤਾਵਾਂ ਜਾਣੀ ਕਿ ਕੁਆਲੀਫਿਕੇਸ਼ਨਸ ਐਂਡ ਇਹਨਾਂ ਦੀ ਸੈਲਰੀ ਵਗੈਰਾ ਉਹ ਸਾਰਾ ਕੁਛ ਆਰਟੀਕਲ 75 ਦੇ ਅਧੀਨ ਆਉਂਦੀ ਆ, ਠੀਕ ਆ। ਤਾਂ PM ਨੂੰ ਅਪੁਆਇੰਟ ਕਿਹਦੇ ਦੁਆਰਾ ਕੀਤਾ ਜਾਂਦਾ, ਇਹਨੂੰ ਕੀਤਾ ਜਾਂਦਾ ਬਾਏ P52 ਜਾਣੀ ਕਿ ਪ੍ਰੈਜ਼ੀਡੈਂਟ ਸਾਹਿਬ ਦੇ ਦੁਆਰਾ। ਅਤੇ ਜਿਹੜੇ ਫਿਰ ਇਸ ਤੋਂ ਬਾਅਦ ਬਾਕੀ ਮੰਤਰੀ ਨੇ ਉਹਨਾਂ ਨੂੰ, ਜਿਵੇਂ ਆਪਾਂ ਜੱਜਸ ਦੇਖਦੇ ਹਾਂ ਵੀ ਜਿਹੜਾ ਹੈੱਡ ਜੱਜ ਹੁੰਦਾ ਉਹਨੂੰ ਰਾਸ਼ਟਰਪਤੀ ਕਰਦੇ ਆ, ਅਤੇ ਫਿਰ ਇਸ ਤੋਂ ਬਾਅਦ ਉਹ ਜਿਹੜਾ ਹੈੱਡ ਜੱਜ ਹੁੰਦਾ ਉਹਦੀ ਸਲਾਹ ਦੇ ਨਾਲ ਬਾਕੀ ਜੱਜ ਨੇ ਜਿਹੜੇ ਉਹਨਾਂ ਨੂੰ ਅਪੁਆਇੰਟ ਕੀਤਾ ਜਾਂਦਾ। ਤਾਂ ਇੱਥੇ PM ਕਰਦੇ ਨੇ, ਆਪਣੇ PM ਨੂੰ ਕੀਤਾ ਜਾਂਦਾ ਰਾਸ਼ਟਰਪਤੀ ਦੇ ਦੁਆਰਾ। ਜਿਹੜੇ ਬਾਕੀ ਮੰਤਰੀ ਨੇ ਕਰਦੇ ਉਹਨਾਂ ਨੂੰ ਵੀ ਇਹੀ ਨੇ, ਬਟ ਉਹ ਕਰਦੇ ਨੇ PM ਦੀ ਐਡਵਾਈਸ ਦੇ ਨਾਲ। ਕਲੀਅਰ ਆ। ਬਾਕੀ ਇੱਕ ਗੱਲ ਹੋਰ ਵੀ ਯਾਦ ਰੱਖਣੀ ਆ, ਤਾਂ ਇੱਕ ਬੱਚੇ ਸਿਸਟਮ ਹੁੰਦਾ, ਮਤਲਬ ਇਹ ਨਹੀਂ ਹੈਗਾ ਵੀ ਕਿੰਨੇ ਮਰਜ਼ੀ ਮਿਨਿਸਟਰ ਆ ਜਿਹੜੇ ਉਹ ਬਣਾ ਸਕਦੇ ਹੁੰਦੇ ਆ, ਠੀਕ ਆ। ਤਾਂ 15% ਹਾਊਸ ਜਿਹੜੀ ਸਟਰੈਂਥ ਆ, ਜਿਵੇਂ ਕਿ ਲੋਕ ਸਭਾ ਦੀ ਹੈ ਨਾ, ਤਾਂ ਕਿਸੇ ਦੀ ਵੀ ਲਾ ਲਓ ਜਿੱਥੇ ਗੱਲ ਚੱਲ ਰਹੀ ਆ, ਤਾਂ ਉਹਦੇ 'ਚ ਜਿਹੜੇ ਮਿਨਿਸਟਰ ਨੇ, ਠੀਕ ਆ, ਤਾਂ ਉਹ 15 ਮਤਲਬ ਇਹ ਮਿਨਿਸਟਰ ਦੇ ਵਿੱਚ ਹੀ ਆਪਣੇ ਕਿਹੜੇ ਹੁੰਦੇ ਆ ਪ੍ਰਾਈਮ ਮਿਨਿਸਟਰ ਉਹ ਵਿੱਚ ਹੀ ਆ ਗਏ, ਠੀਕ ਆ। ਇਹ ਨਹੀਂ ਹੈਗਾ ਵੀ ਉਹ ਲਹਿਦਾ ਤੋਂ ਨੇ। ਤਾਂ 15% ਦੀ ਸਟਰੈਂਥ ਤੋਂ, ਜਿੰਨੀ ਸਟਰੈਂਥ ਟੋਟਲ ਆ ਉਹਦਾ 15% ਤੋਂ ਜ਼ਿਆਦਾ ਨਹੀਂ ਹੋ ਸਕਦੇ, ਠੀਕ ਆ। ਜੇ 100 ਆਪਾਂ ਮੰਨੀਏ ਵੀ 100 ਦੀ ਸਟਰੈਂਥ ਆ, ਦੈਨ ਉਹਦਾ ਆਪਣੇ ਕੋਲੇ 15 ਤੋਂ ਜ਼ਿਆਦਾ ਜਿਹੜੇ ਮਿਨਿਸਟਰ ਨੇ ਉਹ ਨਹੀਂ ਹੋ ਸਕਦੇ, ਇਨਕਲੂਡਿੰਗ PM। ਇਹ ਗੱਲ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਤਾਂ ਇੱਕ ਬੱਚੇ ਤੁਹਾਡੇ ਲਈ ਇਹ ਕੁਐਸਚਨ ਦੇ ਵਿੱਚੋਂ ਕੁਐਸਚਨ ਆ ਕਿ ਜਿਹੜਾ ਇਹ 15% ਵਾਲਾ ਰੂਲ ਲਾਗੂ ਕੀਤਾ ਗਿਆ ਸੀ, ਤਾਂ ਇਹ ਕਿਹੜੀ ਅਮੈਂਡਮੈਂਟ ਦੇ ਥਰੂ, ਕਿਹੜੀ ਕੌਂਸਟੀਟਿਊਸ਼ਨਲ ਅਮੈਂਡਮੈਂਟ ਐਕਟ ਹੋਈ ਸੀ ਜਿਸ ਦੇ ਨਾਲ ਇਹ ਕੀਤਾ ਗਿਆ ਸੀ। ਚਲੋ ਇੱਕ ਹਿੰਟ ਦੇ ਦੇਣਾ ਮੈਂ ਤੁਹਾਨੂੰ, 2002 ਤੋਂ ਲੈ ਕੇ 5 ਦੇ ਵਿਚਾਲੇ ਇਹ ਅਮੈਂਡਮੈਂਟ ਹੋਈ ਸੀ। ਇਹ ਸਾਲ ਦਾ ਸਮਾਂ ਦੱਸਤਾ ਮੈਂ ਤੁਹਾਨੂੰ। ਔਰ ਅਮੈਂਡਮੈਂਟ ਨੰਬਰ 90 ਤੋਂ ਲੈ ਕੇ 95 ਦੇ ਵਿੱਚ ਆ। ਚਲੋ 2 ਹਿੰਟ ਦੇਤੇ, ਹੁਣ ਤਾਂ ਤੁਹਾਨੂੰ ਬੜਾ ਈਜ਼ੀ ਹੋ ਗਿਆ ਲੱਭਣਾ। ਤਾਂ ਤੁਸੀਂ ਇਹਨੂੰ ਲੱਭ ਕੇ ਜ਼ਰੂਰ ਦੱਸਣਾ, ਓਕੇ। ਬਾਕੀ ਜਿਹੜਾ ਕੋਈ ਡਿਸਕੁਆਲੀਫਾਈ ਹੋ ਗਿਆ ਡਿਫੈਕਸ਼ਨ ਦੇ ਅਕੋਰਡਿੰਗਲੀ, ਠੀਕ ਆ, ਤਾਂ ਉਹਨੂੰ ਕਿਸੇ ਵੀ ਪਾਰਟੀ ਚਾਹੇ ਉਹ ਕਿਸੇ ਵੀ ਪਾਰਟੀ ਦਾ, ਤਾਂ ਉਹਨੂੰ ਮਿਨਿਸਟਰ ਨਹੀਂ ਬਣਾ ਸਕਦੇ। ਇਹ ਗੱਲ ਯਾਦ ਰੱਖਣੀ ਆ। ਤਾਂ ਤੁਸੀਂ ਅਮੈਂਡਮੈਂਟ ਕਦੋਂ ਹੋਈ ਸੀ, ਕਿਹੜੇ ਨੰਬਰ ਦੀ ਅਮੈਂਡਮੈਂਟ ਆ, ਇਹਨੂੰ ਤੁਸੀਂ ਜ਼ਰੂਰ ਦੱਸਣਾ, ਓਕੇ। ਚਲੋ ਹੁਣ ਆਪਾਂ ਇਹਦੇ ਬਾਰੇ 1-2 ਹੋਰ ਫੈਕਟ ਨੇ ਜਿਹੜੇ ਉਹ ਵੀ ਦੇਖ ਲੈਂਦੇ ਹਾਂ। ਸਪੀਕਰ ਅਤੇ ਡਿਪਟੀ ਸਪੀਕਰ ਆਪਣੇ ਇੰਡੀਆ ਦੇ ਵਿੱਚ ਇੱਥੇ ਕਰ ਲੈਂਦੇ ਹਾਂ। ਮੈਨੂੰ ਅਰੇਜ਼ ਕਰ ਰਿਹਾ। ਆਪਣੇ ਚਾਹੇ ਤਾਂ ਡਿਪਟੀ ਸਪੀਕਰ ਆ ਜਾਂ ਫਿਰ ਆਪਣੇ ਸਪੀਕਰ ਆ। ਤਾਂ ਇਹ ਮਤਲਬ ਕਿ ਸਟਾਰਟ ਕਦੋਂ ਤੋਂ ਹੋਏ ਨੇ, ਠੀਕ ਆ। ਇਹਨਾਂ ਦਾ ਜਿਹੜਾ ਪ੍ਰੋਵੀਜ਼ਨ ਸੀ ਉਹ ਤਾਂ ਗਵਰਨਮੈਂਟ ਆਫ ਇੰਡੀਆ ਐਕਟ 1919 ਦੇ ਅਧੀਨ ਹੀ ਸੀਗਾ, ਅਤੇ ਜਿਹਨੂੰ ਅਸੀਂ ਇੱਕ ਨਾਮ ਨਾਲ ਜਾਣਦੇ ਹਾਂ, ਮੌਂਟੇਗਿਊ ਚੇਮਸਫੋਰਡ
ਰਿਫੋਰਮਸ। ਤਾਂ ਇਹਦੇ ਨਾਲ ਇਹ ਜਦੋਂ ਪਹਿਲੀ ਵਾਰੀ ਕੀਤੇ ਗਏ ਸੀ ਤਾਂ 1921 ਦੇ ਵਿੱਚ ਇਹ ਕੀਤੇ ਗਏ ਸੀਗੇ। ਠੀਕ ਆ, ਉਦੋਂ ਮਤਲਬ ਇਹਨਾਂ ਨੂੰ ਉਹ ਟਾਈਮ ਦੇ ਉੱਤੇ ਕੀ ਕਹਿੰਦੇ ਸੀ, ਜਿਹੜਾ ਹੁੰਦਾ ਸੀ ਸਪੀਕਰ ਨੂੰ ਉਹ ਟਾਈਮ 'ਤੇ ਕਿਹਾ ਜਾਂਦਾ ਸੀ ਪ੍ਰੈਜ਼ੀਡੈਂਟ, ਅਤੇ ਜਿਹੜਾ ਡਿਪਟੀ ਸਪੀਕਰ ਹੁੰਦਾ ਸੀ, ਠੀਕ ਆ, ਉਹਨੂੰ ਮਤਲਬ ਕਿ ਵਾਈਸ ਪ੍ਰੈਜ਼ੀਡੈਂਟ ਕਿਹਾ ਜਾਂਦਾ ਸੀ। ਆ ਇਹਦਾ ਬੇਸ ਆ ਬੱਚੇ, ਮਤਲਬ ਕਿ ਜਿਹੜਾ ਆਪਣੇ ਸਪੀਕਰ ਅਤੇ ਡਿਪਟੀ ਸਪੀਕਰ ਦੀ ਟਰਮ ਆ, ਤਾਂ ਇਹ ਗਵਰਨਮੈਂਟ ਆਫ ਇੰਡੀਆ ਐਕਟ 1919 ਤੋਂ ਆਈ ਆ। 1921 ਦੇ ਵਿੱਚ ਪਹਿਲੀ ਵਾਰੀ ਅਪੁਆਇੰਟ ਇਹ ਜਿਹੜੇ ਕੀਤੇ ਗਏ ਸੀ। ਠੀਕ ਆ, ਤਾਂ ਫਸਟ ਜਿਹੜਾ ਕੀਤਾ ਗਿਆ ਸੀ 1921 ਦੇ ਵਿੱਚ, ਬਿਲਕੁਲ ਫਸਟ 'ਤੇ ਕੀਤਾ ਗਿਆ ਸੀ। ਤਾਂ ਉਹ ਜਿਹੜੇ ਇੱਕ ਅੰਗਰੇਜ਼ ਪਰਸਨ ਸੀ ਉਹਨਾਂ ਦਾ ਨਾਮ ਤੁਸੀਂ ਕਮੈਂਟ ਕਰੋ। ਔਰ ਇਸ ਤੋਂ ਬਾਅਦ ਜਿਹੜੇ ਆਪਣੇ ਵਾਈਸ ਕੀਤੇ ਗਏ ਸੀ, ਪਹਿਲਾਂ ਡਿਪਟੀ ਕੀਤੇ ਗਏ ਸੀ, ਉਹ ਸੀਗੇ ਸਚਿਦਾਨੰਦ ਸਿਨਹਾ। ਠੀਕ ਆ, ਗਵਰਨਰ ਜਨਰਲ ਆਫ ਇੰਡੀਆ ਇਹਨਾਂ ਦੇ ਦੁਆਰਾ ਅਪੁਆਇੰਟ ਕੀਤੇ ਗਏ ਸੀ। ਤਾਂ ਇੱਥੇ ਜਿਹੜੇ ਫਸਟ ਮਤਲਬ ਕਿ ਸਪੀਕਰ ਸੀਗੇ ਉਹਨਾਂ ਦਾ ਨਾਮ ਤੁਸੀਂ ਦੱਸਣਾ। ਆ ਤਾਂ ਹੈਗੇ ਨੇ ਡਿਪਟੀ ਸਪੀਕਰ ਨੇ। ਔਰ ਇਸ ਤੋਂ ਬਾਅਦ 1925 ਦੇ ਵਿੱਚ ਬਣੇ ਸੀ ਫਸਟ ਇੰਡੀਅਨ, ਠੀਕ ਆ, ਬਿੱਠਲ ਭਾਈ ਜੇ ਪਟੇਲ। ਉਹ ਫਸਟ ਭਾਰਤੀ ਸਪੀਕਰ ਜਿਹੜੇ ਬਣਨ ਵਾਲੇ ਸੀਗੇ। ਹੋਪਸੋ ਤੁਹਾਨੂੰ ਇਹ ਵਾਲਾ ਕੁਐਸਚਨ ਔਰ ਇਹਦੇ ਫੈਕਟ ਬਿਲਕੁਲ ਕਲੀਅਰ ਹੋਣਗੇ। ਇਸ ਤੋਂ ਬਾਅਦ 8ਵਾਂ ਕੁਐਸਚਨ ਦੇਖੋ, ਹੂ ਵਾਜ਼ ਦਾ ਫਸਟ ਸਪੀਕਰ ਆਫ ਲੋਕ ਸਭਾ। ਤਾਂ ਹੁਣ ਲੋਕ ਸਭਾ ਦੇ ਸਪੀਕਰ ਦੇ ਨਾਲ ਹੀ ਕੁਐਸਚਨ ਆਪਣਾ ਪਹਿਲਾਂ ਤੋਂ ਚੱਲ ਰਿਹਾ, ਸੋ ਉਹਦੇ 'ਚ ਹੀ ਇੱਕ ਕੁਐਸਚਨ ਆਪਣਾ ਰਿਗਾਰਡਿੰਗ ਹੋਰ ਆ ਗਿਆ। ਤਾਂ ਬੱਚੇ ਦੇਖੋ, ਇਹਦੇ 'ਚ ਤੁਹਾਨੂੰ ਆਪਸ਼ਨਾਂ ਨੇ, 4 ਆਪਸ਼ਨਾਂ। ਇਹਨਾਂ ਦੇ ਵਿੱਚੋਂ ਆਪਾਂ ਜਿਹੜਾ ਇਹਦਾ ਕਰੈਕਟ ਆਨਸਰ ਆ ਉਹ ਦੱਸਣਾਗਾ ਕਿ ਇਹਨਾਂ ਦੇ ਵਿੱਚੋਂ ਕਰੈਕਟ ਆਨਸਰ ਇਹਦਾ ਕੀ ਆ। ਸੋ ਇਹਦਾ ਕਰੈਕਟ ਆਨਸਰ ਇਹ ਆ, ਮਾਮਲੰਕਰ ਸੀਗੇ ਜਿਹੜੇ GB ਮਾਮਲੰਕਰ ਸੀਗੇ। ਤਾਂ ਇਹ ਸੀਗੇ ਜਿਹੜੇ ਆਪਣੇ ਫਸਟ ਸਪੀਕਰ ਬਣੇ ਸੀ ਲੋਕ ਸਭਾ 'ਤੇ। ਠੀਕ ਆ, ਇਹਨੂੰ ਤੁਸੀਂ ਧਿਆਨ 'ਚ ਰੱਖਣਾ। ਤਾਂ ਦੇਖੋ ਬੱਚੇ, ਵੈਸੇ ਤਾਂ ਇਹ ਟਾਈਮ ਇਹਨਾਂ ਦਾ 1946 ਤੋਂ ਲੈ ਕੇ 1956 ਤੱਕ ਦਾ, ਮਤਲਬ ਕਿ ਇੱਕ ਪੂਰਾ ਡੈਕੇਡ ਕਹਿ ਸਕਦੇ ਹੋ ਤੁਸੀਂ। ਬਟ 1952 ਤੋਂ ਲੈ ਕੇ, ਕਿਉਂਕਿ ਇਲੈਕਸ਼ਨਾਂ ਆਈਆਂ ਹੋਈਆਂ ਨਾ ਇਸ ਤੋਂ ਬਾਅਦ, ਤਾਂ ਫਿਰ ਇਹ ਤੋਂ ਬਾਅਦ 56 ਤੱਕ ਟਨਿਓਰ ਆ ਜਿਹੜਾ, ਇਹ ਵੀ ਐਗਜ਼ਾਮ ਦੇ ਵਿੱਚ ਆਉਂਦਾ। ਤਾਂ ਤੁਸੀਂ ਇਹਨੂੰ ਵੀ ਧਿਆਨ ਦੇ ਵਿੱਚ ਰੱਖਣਾ ਵੀ ਵੈਸੇ ਵੀ ਪਹਿਲਾਂ ਇਹ ਬਣ ਚੁੱਕੇ ਸੀਗੇ। ਓਕੇ, ਤਾਂ ਬੱਚੇ ਇਹਦੇ 'ਚ ਮਤਲਬ ਕਿ ਇਸ ਤੋਂ ਬਾਅਦ ਜਿਵੇਂ ਬਣਦੇ ਗਏ ਸਰਦਾਰ ਹੁਕਮ ਸਿੰਘ ਦਾ ਟਨਿਓਰ ਸੀਗਾ ਜਿਹੜਾ 1962 ਤੋਂ 67 ਤੱਕ ਸੀਗਾ। ਤਾਂ ਇਸ ਤੋਂ ਬਾਅਦ ਨੀਲਮ ਸੰਜੀਵ ਰੈਡੀ ਆਏ, ਫਿਰ ਗੁਰਦਿਆਲ ਸਿੰਘ ਢਿੱਲੋਂ ਆਏ, ਅਤੇ 7ਵੀਂ ਵਾਰੀ ਦੁਬਾਰਾ ਫਿਰ ਨੀਲਮ ਸੰਜੀਵ ਰੈਡੀ ਬਣੇ ਮਤਲਬ ਕਿ ਉਹ 2-3 ਮਹੀਨਿਆਂ ਲਈ ਸੀਗੇ 1977 ਦੇ ਵਿੱਚ। ਤਾਂ ਇਹ ਗੱਲ ਨੂੰ ਤੁਸੀਂ ਧਿਆਨ 'ਚ ਰੱਖਣਾ। ਬਾਕੀ ਇਸ ਤੋਂ ਬਾਅਦ ਜਿਹੜੇ ਇਹਦੇ ਫੈਕਟ ਨੇ ਆਪਾਂ ਦੇਖਣੇ ਆ, ਜਿਵੇਂ ਕਿ JB ਕਿਰਪਲਾਨੀ, ਇਹ ਫਸਟ ਸਪੀਕਰ ਸੀਗਾ ਜਿਸ ਦੇ ਅਗੇਂਸਟ ਨੋ ਕੌਨਫੀਡੈਂਸ ਮੋਸ਼ਨ ਚੱਲਿਆ ਸੀ। ਠੀਕ ਹੈ, ਅਗੇਂਸਟ, ਬਟ ਇਹ ਰਿਫਿਊਜ਼ ਹੋ ਗਿਆ ਸੀਗਾ 18 ਦਸੰਬਰ 1954 ਨੂੰ ਰਿਫਿਊਜ਼ ਹੋ ਗਿਆ। ਮਤਲਬ ਕਿ ਸਟਾਰਟ ਹੋਇਆ ਸੀ ਇਹ 15 ਦਸੰਬਰ 1954 ਨੂੰ। 21 ਮੈਂਬਰ ਸੀਗੇ ਮਤਲਬ ਕਿ ਜਿਨ੍ਹਾਂ ਨੇ ਇਹਨਾਂ ਦੇ ਖਿਲਾਫ ਇਹ ਚਲਾਇਆ ਸੀਗਾ। ਠੀਕ ਆ, ਤਾਂ ਆਹ ਤੁਸੀਂ ਬਸ ਇੰਨਾ ਕੁ ਧਿਆਨ 'ਚ ਰੱਖਣਾ। ਅਤੇ ਹੁਣ ਕਰੰਟਲੀ ਬੱਚੇ, ਕਰੰਟਲੀ ਤੁਸੀਂ 2 ਦੱਸਣਾ। ਇੱਕ ਤਾਂ ਪੰਜਾਬ ਦੇ ਸਪੀਕਰ ਕੌਣ ਨੇ ਹੁਣ 2022 ਦੇ ਵਿੱਚ, ਐਂਡ ਹੁਣ ਆਪਣੇ ਪਾਰਲੀਮੈਂਟ ਦੇ ਵਿੱਚ ਯਾਨੀ ਕਿ ਲੋਕ ਸਭਾ ਦੇ ਵਿੱਚ ਹੁਣ ਕਰੰਟਲੀ ਸਪੀਕਰ ਕੌਣ ਨੇ, ਇਹ ਦੋਨੋਂ ਤੁਸੀਂ ਕਮੈਂਟ ਕਰਕੇ ਦੱਸਣੇ ਆ। ਅਗਲਾ ਕੁਐਸਚਨ ਦੇਖੋ, ਦ ਫਸਟ ਫੀਮੇਲ ਸਪੀਕਰ ਆਫ ਦਾ ਲੋਕ ਸਭਾ ਇਜ਼। ਤਾਂ ਹੁਣ ਇਹਦੇ 'ਚੋਂ ਜਿਹੜੇ ਮਤਲਬ ਕਿ ਫਸਟ ਸਪੀਕਰ ਸੀ ਉਹ ਕੌਣ ਸੀਗੇ? ਮੀਰਾ ਕੁਮਾਰੀ ਸੀਗੇ ਜਿਹੜੇ। ਠੀਕ ਆ, ਤਾਂ ਮਤਲਬ ਇਹ ਮੀਰਾ ਕੁਮਾਰ ਸੀਗੇ ਜਿਹੜੇ ਫਸਟ ਸਪੀਕਰ ਸੀਗੇ, ਵੂਮਨ ਸਪੀਕਰ ਜਿਹੜੇ ਬਣੇ ਸੀ। ਅਤੇ ਇਹਨਾਂ ਦਾ ਜਿਹੜਾ ਟਾਈਮ ਪੀਰੀਅਡ ਆ ਉਹ 2009 ਤੋਂ ਲੈ ਕੇ 14 ਤੱਕ ਇਹ ਵਾਲੇ ਰਹੇ ਸੀ। ਔਰ ਇਸ ਤੋਂ ਬਿਨਾਂ ਕਈ ਵਾਰ ਇਹ ਵੀ ਕੁਐਸਚਨ ਤੁਹਾਨੂੰ ਆ ਜਾਂਦਾ, ਕਿਉਂਕਿ ਜਿਹੜਾ ਫਸਟ ਵਰਡ ਲੱਗ ਜਾਂਦਾ ਇਹ ਇੰਪੋਰਟੈਂਟ ਹੋ ਜਾਂਦਾ। ਤਾਂ ਫਸਟ ਟਰਾਈਬਲ ਸਪੀਕਰ ਕੌਣ ਬਣੇ ਸੀ? PA ਸੰਗਮ। ਇਹ 1996 ਤੋਂ ਲੈ ਕੇ 98 ਤੱਕ ਇਹਨਾਂ ਦਾ ਟੈਨਿਓਰ ਰਿਹਾ ਸੀ, ਜਿਹੜੇ ਕਿ ਫਸਟ ਟਰਾਈਬਲ ਸਪੀਕਰ ਦੇ ਵਜੋਂ ਜਾਣੇ ਜਾਂਦੇ ਆ। ਕਲੀਅਰ ਆ? ਤਾਂ ਬੱਚੇ ਇਹ ਤੁਸੀਂ ਕੁਐਸਚਨ ਨੇ ਜਿਹੜੇ ਧਿਆਨ ਦੇ ਨਾਲ ਸੁਣਨੇ ਆ ਔਰ ਇਹਨਾਂ ਦੇ ਫੈਕਟ ਵੀ ਨਾਲ ਦੀ ਨਾਲ ਕਲੀਅਰ ਕਰਨੇ ਆ। ਦ ਅਟਾਰਨੀ ਜਨਰਲ ਆਫ ਇੰਡੀਆ ਇਜ਼ ਅਪੁਆਇੰਟਡ ਬਾਈ। ਅਟਾਰਨੀ ਜਨਰਲ ਬਾਰੇ ਆਪਾਂ ਬੜਾ ਡੈਪਥ ਦੇ ਵਿੱਚ ਲੈਕਚਰ ਲਿਆ ਹੋਇਆ, ਤਾਂ ਜਿਨ੍ਹਾਂ ਨੇ ਨਹੀਂ ਦੇਖਿਆ ਉਹ ਚੈਨਲ 'ਤੇ ਜਾ ਕੇ ਪਲੇਲਿਸਟ ਦੇ ਵਿੱਚ ਪੋਲਿਟੀ ਆਫ ਇੰਡੀਆ ਦਾ ਤੁਸੀਂ
ਪਲੇਲਿਸਟ ਖੋਲ ਲਿਓ ਪੋਲਿਟੀ ਵਾਲੀ, ਉਹਦੇ ਵਿੱਚ ਤੁਹਾਨੂੰ ਮਿਲ ਜਾਏਗੀ, ਜਾਂ ਫਿਰ ਅਟਾਰਨੀ ਜਨਰਲ ਬਾਈ ਪ੍ਰੀਤ ਐਜੂਕੇਸ਼ਨ ਤੁਸੀਂ ਪਾ ਕੇ ਵੀ ਦੇਖ ਸਕਦੇ ਹੋ, ਤਾਂ ਤੁਹਾਡੇ ਸਾਹਮਣੇ ਵੀਡੀਓ ਆ ਜਾਏਗੀ। ਅਟਾਰਨੀ ਜਨਰਲ ਆਫ ਇੰਡੀਆ ਅਪੋਇੰਟਡ ਬਾਈ, ਤਾਂ ਮਤਲਬ ਕਿ ਕਿਸ ਦੇ ਦੁਆਰਾ ਅਪੋਇੰਟ ਕੀਤੇ ਜਾਂਦੇ ਆ। ਤਾਂ ਕਰੈਕਟ ਆਨਸਰ ਇਹਦਾ ਕੀ ਹੈ, ਤਾਂ ਬੀ ਆਪਸ਼ਨ ਦਾ ਪ੍ਰੈਜ਼ੀਡੈਂਟ ਆਫ ਇੰਡੀਆ, ਜਾਣੀ ਕਿ ਪ੍ਰੈਜ਼ੀਡੈਂਟ ਸਾਹਿਬ ਰਾਸ਼ਟਰਪਤੀ ਦੇ ਦੁਆਰਾ ਅਪੋਇੰਟ ਕੀਤੇ ਜਾਂਦੇ ਅਟਾਰਨੀ ਜਨਰਲ ਆਫ ਇੰਡੀਆ। ਠੀਕ ਆ, ਤਾਂ ਇਹਨਾਂ ਦੇ ਨਾਲ ਰਿਲੇਟਡ ਆਰਟੀਕਲ ਕਿਹੜਾ ਹੈਗਾ, ਰਿਲੇਟਡ ਆਰਟੀਕਲ ਹੈਗਾ 76, ਇਹ ਵੀ ਯਾਦ ਰੱਖਣਾ ਤੁਸੀਂ। ਔਰ ਹੋਰ ਇਹ ਕੀ ਨੇ, ਚਲੋ ਅਗਲੀ ਸਲਾਈਡ ਦੇ ਵਿੱਚ ਆਪਾਂ ਦੇਖ ਲੈਂਦੇ ਹਾਂ। ਇਹ ਹਾਈਐਸਟ ਲਾਅ ਆਫਿਸਰ ਨੇ ਆਪਣੀ ਦੇਸ਼ ਦੇ। ਠੀਕ ਆ, ਤਾਂ ਆਰਟੀਕਲ 88 ਦੇ ਵਿੱਚ ਇਹਨਾਂ ਦੇ ਰਾਈਟਸ ਦੀ ਗੱਲ ਕੀਤੀ ਗਈ ਆ। ਬੱਚੇ ਨਹੀਂ ਮੈਂ ਸਾਰੇ ਫੈਕਟ ਕਰਵਾ ਰਿਹਾ ਤੁਹਾਨੂੰ ਜਿਹੜੇ ਇੰਪੋਰਟੈਂਟ ਨੇ। ਠੀਕ ਹੈ, ਮੈਂ ਇੱਕ ਰਿਵੀਜ਼ਨ ਵਾਂਗੂ ਹੁਣ ਤੁਹਾਨੂੰ ਕਰਵਾ ਰਿਹਾ ਇੱਥੇ। ਤਾਂ ਇਹਨਾਂ ਦੀ ਅਪੋਇੰਟਮੈਂਟ ਕਿਹਨਾਂ ਦੇ ਦੁਆਰਾ ਕੀਤੀ ਜਾਂਦੀ ਆ, ਇਹੀ ਕੁਐਸਚਨ ਡਿਮਾਂਡ ਕਰ ਰਿਹਾ ਸੀ ਕਿ ਰਾਸ਼ਟਰਪਤੀ ਦੇ ਦੁਆਰਾ ਇਹਨਾਂ ਦੀ ਅਪੋਇੰਟਮੈਂਟ ਕੀਤੀ ਜਾਂਦੀ ਆ। ਜੇ ਹੁਣ ਗੱਲ ਕਰੀਏ ਵੀ ਇਹਨਾਂ ਨੂੰ ਰਿਮੂਵ ਕਿਹਨਾਂ ਦੇ ਦੁਆਰਾ ਕੀਤਾ ਜਾਂਦਾ, ਰਿਮੂਵ ਵੀ ਰਾਸ਼ਟਰਪਤੀ ਦੇ ਦੁਆਰਾ ਹੀ ਕੀਤਾ ਜਾਂਦਾ। ਠੀਕ ਆ, ਇਸ ਤੋਂ ਬਾਅਦ ਦੇਖੋ ਇਹ ਸਾਰੀਆਂ ਮੀਟਿੰਗ ਵਗੈਰਾ ਨੇ ਜਿਹੜੀਆਂ ਅਟੈਂਡ ਕਰ ਸਕਦੇ ਆ। ਠੀਕ ਆ, ਐਡਵਾਈਸ ਵੀ ਕਰ ਸਕਦੇ ਆ, ਉੱਥੇ ਬੈਠ ਸਕਦੇ, ਜਾਣੀ ਕਿ ਸਿਟਿੰਗ ਚਾਹੇ ਤਾਂ ਜੁਆਇੰਟ ਸਿਟਿੰਗ ਆ, ਚਾਹੇ ਲੋਕ ਸਭਾ ਦੀ ਰਾਜ ਸਭਾ ਕੁਛ ਵੀ ਆ, ਉਹਨਾਂ ਦੇ ਵਿੱਚ ਬੈਠ ਸਕਦੇ, ਜੁਆਇੰਟ ਸਿਟਿੰਗ ਉਹ 'ਚ ਵੀ ਜਾ ਸਕਦੇ ਆ, ਐਡਵਾਈਜ਼ ਕਰ ਸਕਦੇ ਆ, ਐਡਰੈਸ ਕਰ ਸਕਦੇ ਆ। ਤਾਂ ਇਹ ਤੁਸੀਂ ਧਿਆਨ ਰੱਖਣਾ, ਮਤਲਬ ਕਿ ਕੇਸ ਵੀ ਲੜ ਸਕਦੇ ਆ। ਅਤੇ ਇੱਕ ਹੋਰ ਇਹਨਾਂ ਦੇ ਬਾਰੇ, ਜਦ ਕਿ ਇਹ ਕੈਬਨਿਟ ਦੇ ਮੈਂਬਰ ਨਹੀਂ ਹੁੰਦੇ, ਸੋ ਇਹਨਾਂ ਕੋਲੇ ਵੋਟਿੰਗ ਰਾਈਟ ਨਹੀਂ ਹੁੰਦਾ, ਤਾਂ ਯਾਦ ਰੱਖਣਾ। ਇਸ ਤੋਂ ਬਾਅਦ ਇਹਨਾਂ ਦੇ ਪਰ ਇਫੈਕਟ ਜਿਹੜਾ ਇਹਨਾਂ ਦਾ ਟਨਿਓਰ ਆ ਉਹ ਵੀ ਕੋਈ ਫਿਕਸ ਨਹੀਂ ਹੈਗਾ। ਔਰ ਇਸ ਤੋਂ ਬਾਅਦ ਇਹਨਾਂ ਦੀ ਜਿਹੜੀ ਏਜ ਆ, ਠੀਕ ਆ, ਉਹ ਵੀ ਕੋਈ ਮਤਲਬ ਫਿਕਸ ਨਹੀਂ ਹੈਗੀ। ਬੱਚੇ ਇਹ ਸੀ ਤੁਸੀਂ ਧਿਆਨ 'ਚ ਰੱਖਣੇ ਕੁਐਸਚਨ। ਇਸ ਤੋਂ ਬਾਅਦ ਅੱਜ ਦਾ ਲਾਸਟ ਕੁਐਸਚਨ ਆ, ਤਾਂ ਇਹਨਾਂ 'ਚੋਂ ਦੱਸਣਾ ਵੀ ਕਿਹੜੇ ਸਾਲ ਰਾਜ ਸਭਾ ਗਈ ਜਿਹੜੀ ਉਹ ਕੌਂਸਟੀਟਿਊਟ ਹੋਈ ਸੀ ਆਪਣੇ ਭਾਰਤ ਦੇ ਵਿੱਚ ਪਹਿਲੇ ਵਾਰ, 1950, 1951, 1952, 1953। ਤਾਂ ਚਾਰੋਂ ਆਪਸ਼ਨਾਂ ਦੇ ਵਿੱਚੋਂ ਜਿਹੜੀ ਵੀ ਇਹਦੀ ਕਰੈਕਟ ਆਨਸਰ ਹੋਈ ਉਹ ਤੁਸੀਂ ਕਮੈਂਟ ਕਰਕੇ ਆਨਸਰ ਉਹਦਾ ਜ਼ਰੂਰ ਦੇਣਾ। ਤਾਂ ਬੱਚੇ ਜਿਹੜੇ ਬੱਚੇ ਚੈਨਲ 'ਤੇ ਨਵੇਂ ਆ, ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਨਾਲ ਹੀ ਬੈਲ ਨੋਟੀਫਿਕੇਸ਼ਨ ਨੂੰ ਵੀ ਕਰੋ ਔਨ। ਬਾਕੀ ਜਿਨ੍ਹਾਂ ਨੂੰ PDF ਚਾਹੀਦਾ ਬੱਚੇ ਉਹ ਟੈਲੀਗ੍ਰਾਮ ਚੈਨਲ ਜੁਆਇਨ ਕਰ ਸਕਦੇ ਆ, ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਪ੍ਰੋਵਾਈਡ ਕਰਵਾਇਆ ਜਾਊਗਾ। ਔਰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਅੱਗੇ ਵੀ ਸਾਂਝਾ ਜ਼ਰੂਰ ਕਰਿਓ। ਵੀਡੀਓ ਦੇਖਣ ਦੇ ਲਈ ਸਭ ਦਾ ਥੈਂਕ ਯੂ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਲਈ ਸਭ ਨੂੰ ਬਾਏ ਬਾਏ, ਟੇਕ ਕੇਅਰ।